ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਮਹੱਲਾ ਪਹਿਲਾ। ਸਭੇ ਕੰਤ ਮਹੇਲੀਆ, ਸਗਲਿਆ ਕਰੇ ਸਿਗਾਰ। ਗਣਤ ਗਣਾਵਣ ਆਈਆਂ, ਸੂਹਾ ਵੇਸ ਵਿਕਾਰ। ਪਖੰਡ ਪ੍ਰੇਮ ਨ ਪਾਈਏ, ਖੋਟਾ ਪਾਜ ਖੁਆਰ। ਹਰ ਜਿਉ ਇਉ ਪਿਰ ਰਾਵੇ ਨਾਰ। ਤੁਧ ਪਾਵਨ ਸੁਹਾਗਣੀ, ਆਪਣੀ ਕਿਰਪਾ ਲੈ ਸਵਾਰ ਰਹਾਓ। ਗੁਰਸਬਦੀ ਸੀਗਾਰੀਆ, ਤਨ ਮਨ ਫਿਰ ਕੇ ਪਾਸ। ਦੋਇ ਕਰ ਜੋੜ ਖੜੀ ਤਕੇ, ਸੱਚ ਰਹਿ ਕਹੇ ਅਰਦਾਸ। ਲਾਲ ਰਤਈ ਸੱਚ ਕੇ ਭੈ ਵਸੀ, ਪਾਏ ਰਤੀ ਰੰਗ ਪਰਾਸ। ਪ੍ਰੀਕੀ ਚੇਰੀ ਕਾਂਡੀਏ, ਲਾਲੀ ਮਾਨੇ ਨਾਉ। ਸਾਚੀ ਪ੍ਰੀਤ ਨ ਟੁੱਟਈ, ਸਾਚੇ ਮੇਲ ਮਿਲਾਓ। ਸ਼ਬ ਰਤੀ ਮਨ ਵੇਦਿਆ, ਹਉ ਸਦ ਬਲਿਹਾਰੇ ਜਾਓ। ਸਾਧਨ ਰੰਡ ਨ ਬੈਸਈ, ਜੇ ਸਤਿਗੁਰ ਮੇ ਸਮਾਏ। ਪਿਰ ਰਿਸਾਲ ਨ ਉਤਨੋ, ਸਾਚਿਓ ਮਰੇ ਨ ਜਾਏ। ਨਿਤ ਰਵੇ ਸੁਹਾਗਣੀ, ਸਾਚੀ ਨਦਰ ਰਜਾਏ। ਸਾਚ ਧੜੀ ਤਨ ਮਾਂਡੀਏ, ਕਾਪੜ ਪ੍ਰੇਮ ਸਿਗਾਰ। ਚੰਦਨ ਚੀਤ ਵਸਾਇਆ, ਮੰਦਰ ਦਸਵਾਂ ਦੁਆਰ। ਦੀਪਕ ਸ਼ਬਦ ਵਿਗਾਸਿਆ, ਰਾਮ ਨਾਮ ਉਰਤਾਰ। ਨਾਰੀ ਅੰਦਰ ਸੋਹਣੀ, ਮਸਤਕ ਮਣੀ ਪਿਆਰ। ਸੋਭਾ ਸੁਰਤ ਸੁਹਾਵਣੀ, ਸਾਚੇ ਪ੍ਰੇਮ ਅਪਾਰ। ਬਿਨ ਪਿਰ ਪੁਰਖ ਨ ਜਾਣਈ, ਸਾਚੇ ਗੁਰ ਕੇ ਹੇਤ ਪਿਆਰ। ਨਿਸ ਅੰਧਿਆਰੀ ਸੁਤੀਏ, ਕਿਉ ਪਿਰ ਬਿਨ ਰਹਿਣ ਵਹਾਏ। ਅੰਕ ਜਲਿਓ ਤਨ ਜਾਲਿਓ, ਮਨ ਤਨ ਜਲ ਬਲ ਜਾਏ। ਸਾ ਤਨ ਕੰਤ ਨ ਰਾਵਿਆ, ਤਾ ਬਿਰਥਾ ਜੋ ਬਨ ਜਾਏ। ਸੇਜੇ ਕੰਤ ਮਹੇਲੜੀ, ਸੂਤੀ ਬੂਝ ਨ ਪਾਏ। ਹਉ ਸੁਤੀ ਪਿਰ ਜਾਗਣਾ, ਕਿਸ ਕੋ ਪੂਛੇ ਜਾਏ। ਸਤਿਗੁਰ ਮੇਲੀ ਭੈ ਵਸੀ, ਨਾਨਕ ਪ੍ਰੇਮ ਸਿਖਾਏ। ਹਉ ਸੁਤੀ ਪਿਰ ਜਾਗਣਾ, ਕਿਸ ਕੋ ਪੂਛੇ ਜਾਏ। ਸਤਿਗੁਰ ਮੇਲੀ ਭੈ ਵਸੀ, ਨਾਨਕ ਪ੍ਰੇਮ ਸਿਖਾਏ। ਗੁਰੂ ਜੀ ਕਹਿੰਦੇ ਹਨ ਕਿ ਸਾਰੀਆਂ ਜੀਵ ਰੂਪੀ ਇਸਤਰੀਆਂ ਪਰਮਾਤਮਾ ਦੀਆਂ ਹੀ ਹਨ ਅਤੇ ਸਾਰੀਆਂ ਹੀ ਉਸ ਪਤੀ ਰੂਪ ਪ੍ਰਭੂ ਨੂੰ ਰਿਝਾਉਣ ਲਈ ਸ਼ਿੰਗਾਰ ਕਰਦੀਆਂ ਹਨ। ਪਰ ਜਿਹੜੀਆਂ ਇਸਤਰੀਆਂ ਆਪਣੇ ਸ਼ਿੰਗਾਰ ਦਾ ਵਿਖਾਵਾ ਮਾਣ ਕਰਦੀਆਂ ਹਨ, ਉਹਨਾਂ ਦਾ ਗੂੜਾ ਲਾਲ ਪਹਿਰਾਵਾ ਵੀ ਵਿਕਾਰ ਹੀ ਪੈਦਾ ਕਰਦਾ ਹੈ। ਸ਼ਿੰਗਾਰ ਭਾਵੇਂ ਕਿਤਨਾ ਵੀ ਕੀਤਾ ਹੋਵੇ, ਕਿਸੇ ਕੰਮ ਦਾ ਨਹੀਂ, ਕਿਉਂਕਿ ਉਹ ਨਿਰਾ ਵਿਖਾਵਾ ਹੈ, ਪਖੰਡ ਹੈ ਅਤੇ ਵਿਖਾਵਾ ਕੀਤਿਆਂ ਪ੍ਰਭੂ ਦਾ ਪਿਆਰ ਨਹੀਂ ਮਿਲਦਾ। ਅੰਦਰ ਖੋਟ ਹੋਵੇ ਤੇ ਬਾਹਰ ਪ੍ਰੇਮ ਦਾ ਵਿਖਾਵਾ ਹੋਵੇ, ਇਹ ਖੋਟਾ ਵਿਖਾਵਾ ਖੁਆਰ ਹੀ ਕਰਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਕਿਸ ਤਰ੍ਹਾਂ ਨਾਰ ਜੀਵ ਆਪਣੇ ਕੰਤ ਨੂੰ ਮਿਲੇ। ਹੇ ਪ੍ਰਭੂ ਜੀ, ਇਹ ਸਰਦਾ ਧਾਰਿਆਂ ਪ੍ਰਭੂ ਪਤੀ ਜੀਵ ਇਸਤਰੀ ਨੂੰ ਪਿਆਰ ਕਰਦਾ ਹੈ। ਉਹ ਜੀਵ ਇਸਤਰੀਆਂ ਸੁਹਾਗ ਭਾਗ ਵਾਲੀਆਂ ਹਨ, ਜੋ ਤੈਨੂੰ ਚੰਗੀਆਂ ਲੱਗਦੀਆਂ ਹਨ, ਜਿਨ੍ਹਾਂ ਨੂੰ ਆਪਣੀ ਮਿਹਰ ਨਾਲ ਤੂੰ ਆਪ ਸੁਚੱਜਿਆਂ ਬਣਾ ਲੈਂਦਾ ਹੈ। ਇਸ ਜੁਗਤ ਨਾਲ ਹੀ ਪ੍ਰਭੂ ਰੂਪੀ ਇਸਤਰੀ ਨਾਲ ਰਮਣ ਕਰਦਾ ਹੈ। ਇੱਥੇ ਗੁਰੂ ਜੀ ਦੱਸਦੇ ਹਨ ਕਿ ਆਤਮ ਗਿਆਨ ਦਾ ਸ਼ਿੰਗਾਰ ਕਰ, ਤਨ ਦਾ ਪਖੰਡ ਨਹੀਂ। ਪਰ ਜਿਹੜੀ ਜੀਵ ਇਸਤਰੀ ਗੁਰੂ ਦੇ ਸ਼ਬਦ ਦੀ ਰਾਹੀਂ
ਆਪਣੇ ਜੀਵਨ ਨੂੰ ਸਵਾਰਦੀ ਹੈ, ਜਿਸ ਦਾ ਸਰੀਰ ਖਸਮ ਪ੍ਰਭੂ ਦੇ ਹਵਾਲੇ ਹੈ, ਜਿਸ ਦਾ ਤਨ ਮਨ ਖਸਮ ਪ੍ਰਭੂ ਦੇ ਹਵਾਲੇ ਹੈ, ਭਾਵ ਉਸ ਦਾ ਮਨ ਅਤੇ ਜਿਸ ਦੇ ਗਿਆਨ ਇੰਦਰੇ ਪ੍ਰਭੂ ਦੀ ਯਾਦ ਤੋਂ ਲਾਂਭੇ ਕੁਰਾਹੇ ਨਹੀਂ ਹੋ ਜਾਂਦੇ, ਉਹ ਜੀਵ ਰੂਪੀ ਇਸ ਆਤਮਾ ਦੋਵੇਂ ਹੱਥ ਜੋੜ ਕੇ ਸਤਿਗੁਰ ਪ੍ਰਭੂ ਦੇ ਆਸਰੇ ਨੂੰ ਵੇਖਦੀ ਹੈ, ਭਾਵ ਪ੍ਰਾਰਥਨਾ ਕਰਦੀ ਹੈ ਕਿ ਪ੍ਰਭੂ ਦੇ ਹੁਕਮ ਨੂੰ ਮੈਂ ਉਡੀਕ ਰਹੀ ਹਾਂ ਤੇ ਪ੍ਰਭੂ ਮਿਹਰ ਕਰੇ। ਉਹ ਪ੍ਰਭੂ ਪ੍ਰੀਤਮ ਦੇ ਪਿਆਰ ਵਿੱਚ ਰੰਗੀ ਰਹਿੰਦੀ ਹੈ। ਉਹ ਸਦਾ ਥਿਰ ਪ੍ਰਭੂ ਦੇ ਡਰ ਅਦਬ ਵਿੱਚ ਟਿੱਕੀ ਰਹਿੰਦੀ ਹੈ। ਉਹ ਪ੍ਰਭੂ ਦੇ ਪ੍ਰੇਮ ਵਿੱਚ ਰਤੀ ਰਹਿੰਦੀ ਹੈ ਅਤੇ ਉਸ ਦਾ ਪਰਮਾਤਮਾ ਪ੍ਰਤੀ ਪ੍ਰੇਮ ਸਾਰਥਕ ਹੋ ਜਾਂਦਾ ਹੈ। ਜਿਹੜੀ ਪ੍ਰਭੂ ਚਰਨਾਂ ਦੀ ਸੇਵਕਾ ਪ੍ਰਭੂ ਦਾ ਨਾਮ ਹੀ ਮੰਨਦੀ ਹੈ, ਪ੍ਰਭੂ ਦੇ ਨਾਮ ਨੂੰ ਹੀ ਆਪਣੀ ਜ਼ਿੰਦਗੀ ਦਾ ਆਸਰਾ ਬਣਾਉਂਦੀ ਹੈ, ਉਸ ਨੂੰ ਪਰਮਾਤਮਾ ਦੀ ਦਾਸੀ ਕਿਹਾ ਜਾਂਦਾ ਹੈ। ਪ੍ਰਭੂ ਨਾਲ ਉਸ ਦੀ ਪ੍ਰੀਤ ਸਦਾ ਕਾਇਮ ਰਹਿੰਦੀ ਹੈ, ਕਦੇ ਟੁੱਟਦੀ ਨਹੀਂ ਅਤੇ ਸਤ ਸਰੂਪ ਨਾਲ ਉਸ ਦਾ ਮਿਲਾਪ ਬਣਿਆ ਰਹਿੰਦਾ ਹੈ। ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਵਿੱਚ ਉਹ ਰੰਗੀ ਰਹਿੰਦੀ ਹੈ ਅਤੇ ਆਪਣੇ ਮਨ ਨੂੰ ਵਿੰਨ ਲੈਂਦੀ ਹੈ। ਮੈਂ ਅਜਿਹੀ ਜੀਵ ਇਸਤਰੀ ਤੋਂ ਸਦਾ ਬਲਿਹਾਰੇ ਜਾਂਦਾ ਹਾਂ। ਹੇ ਜੀਵ ਰੂਪੀ ਇਸਤਰੀ, ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜੀ ਰੱਖ, ਤਾਂ ਉਹ ਕਦੇ ਵੀ ਰੰਡੀ ਨਾ ਹੋ ਕੇ ਆਪਣੇ ਪ੍ਰਭੂ ਦਾ ਹਮੇਸ਼ਾ, ਸਾਈਂ ਦਾ ਹਮੇਸ਼ਾ ਹੱਥ ਸਦਾ ਉਹਦੇ ਸਿਰ 'ਤੇ ਟਿਕਿਆ ਰਹਿੰਦਾ ਹੈ। ਫਿਰ ਉਹ ਖਸਮ ਵੀ ਐਸਾ ਹੈ ਜੋ ਆਨੰਦ ਦਾ ਸੋਮਾ ਹੈ, ਜਿਸ ਦਾ ਪਿਆਰ ਨਿਤ ਨਵਾਂ ਹੈ, ਜੋ ਸਤ ਸਰੂਪ ਹੈ ਅਤੇ ਜੋ ਨਾ ਮਰਦਾ ਹੈ ਅਤੇ ਨਾ ਹੀ ਜੰਮਦਾ ਹੈ। ਪ੍ਰਭੂ ਆਪਣੀ ਸਦਾ ਥਿਰ ਮਿਹਰ ਦੀ ਨਜ਼ਰ ਨਾਲ ਆਪਣੀ ਰਜ਼ਾ ਅਨੁਸਾਰ ਉਸ ਸਦਾ ਸੁਹਾਗਣ ਜੀਵ ਇਸਤਰੀ ਨੂੰ ਪਿਆਰ ਕਰਦਾ ਹੈ ਅਤੇ ਉਸ ਸੁਹਾਗਣ ਨਿਤ ਪ੍ਰਭੂ ਦਾ ਸੁੱਖ ਮਾਣਦੀ ਹੈ ਅਤੇ ਉਸ ਦੀ ਸੱਚੀ ਕਿਰਪਾ ਦ੍ਰਿਸ਼ਟੀ ਅਤੇ ਰੁਝਾਅ ਵਿੱਚ ਰਹਿੰਦੀ ਹੈ। ਜਿਹੜੀ ਜੀਵ ਇਸਤਰੀ ਸਦਾ ਥਿਰ ਪ੍ਰਭੂ ਦੀ ਯਾਦ ਆਪਣੇ ਹਿਰਦੇ ਵਿੱਚ ਟਿਕਾਉਂਦੀ ਹੈ, ਇਹ ਮਾਨੋ ਉਹ ਪਤੀ ਪ੍ਰਭੂ ਨੂੰ ਪ੍ਰਸੰਨ ਕਰਨ ਲਈ ਕੇਸਾਂ ਦੀਆਂ ਪੱਟੀਆਂ ਸਵਾਰਦੀ ਹੈ, ਪ੍ਰਭੂ ਦੇ ਪਿਆਰ ਨੂੰ ਸੋਹਣਾ ਕੱਪੜਾ ਤੇ ਗਹਿਣਿਆਂ ਦਾ ਸ਼ਿੰਗਾਰ ਬਣਾਉਂਦੀ ਹੈ। ਜਿਸ ਨੇ ਪ੍ਰਭੂ ਨੂੰ ਆਪਣੇ ਚਿੱਤ ਵਿੱਚ ਵਸਾਇਆ ਹੈ ਤੇ ਇਹ ਮਾਨੋ ਉਸਨੇ ਮੱਥੇ ਉੱਤੇ ਚੰਦਨ ਦਾ ਟਿੱਕਾ ਲਾਇਆ ਹੈ, ਜਿਸ ਨੇ ਆਪਣੇ 10ਵੇਂ ਦੁਆਰ ਭਾਵ ਸ਼੍ਰੇਸ਼ਟ ਅਵਸਥਾ ਵਿੱਚ ਪਹੁੰਚਣਾ ਉਸ ਦਾ ਨਿਵਾਸ ਹੈ, ਜਿਸ ਨੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਹਿਰਦੇ ਨੂੰ ਹੁਲਾਰੇ ਵਿੱਚ ਲਿਆਂਦਾ ਹੈ ਤੇ ਇਹ ਮਾਨੋ ਉਸ ਦੇ ਹਿਰਦੇ ਵਿੱਚ ਦੀਵਾ ਜਗਾਇਆ ਹੈ, ਜਿਸ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਗਲ ਦਾ ਹਾਰ ਬਣਾ ਲਿਆ ਹੈ, ਜਿਸ ਨੇ ਆਪਣੇ ਮੱਥੇ ਉੱਤੇ ਪ੍ਰਭੂ ਦੇ ਪਿਆਰ ਦਾ ਮਣੀ ਧਾਰਨ ਕੀਤੀ ਹੋਈ ਹੈ ਅਤੇ ਜੜਾਊ ਟਿੱਕਾ ਲਾਇਆ ਹੋਇਆ ਹੈ, ਜਿਸ ਨੇ ਸਦਾ ਥਿਰ ਰਹਿਣ ਵਾਲੇ ਬੇਅੰਤ ਪ੍ਰਭੂ ਦੇ ਵਿੱਚ ਪ੍ਰੇਮ ਵਿੱਚ ਆਪਣੀ ਸੁਰਤ ਜੋੜ ਕੇ
ਸੋਹਣੀ ਬਣਾ ਲਈ ਹੈ। ਉਸ ਦੀ ਸ਼ੋਭਾ ਨੇ ਸੱਚੇ ਪ੍ਰਭੂ ਦੇ ਪ੍ਰੇਮ ਵਿੱਚ ਸੁਰਤ ਨੂੰ ਸੁਹਾਵਣਾ ਬਣਾਇਆ ਹੋਇਆ ਹੈ। ਸੱਚੇ ਗੁਰੂ ਦੇ ਹਿੱਤ ਅਤੇ ਪ੍ਰੇਮ ਕਾਰਨ ਉਹ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਪੁਰਖ ਨੂੰ ਨਹੀਂ ਜਾਣਦੀ। ਮਾਇਆ ਤੇ ਮੋਹ ਦੀ ਕਾਲੀ ਬੋਲੀ ਰਾਤ ਵਿੱਚ ਸੁੱਤੀ ਪਈ ਜੀਵ ਇਸਤਰੀਏ ਪ੍ਰਭੂ ਪਤੀ ਦੇ ਮਿਲਾਪ ਤੋਂ ਬਿਨਾਂ ਜੀਵਨ ਰੂਪ ਰਾਤ ਕਿਵੇਂ ਕੱਟ ਰਹੀ ਹੈ। ਸੜ ਜਾਏ ਉਹ ਹਿਰਦਾ ਤੇ ਉਹ ਸਰੀਰ ਜਿਸ ਵਿੱਚ ਪ੍ਰਭੂ ਦੀ ਯਾਦ ਨਹੀਂ। ਪ੍ਰਭੂ ਦੀ ਯਾਦ ਤੋਂ ਬਿਨਾਂ ਮਨ ਵਿਕਾਰਾਂ ਵਿੱਚ ਸੜ ਜਾਂਦਾ ਹੈ। ਮਾਇਆ ਧਨ ਵੀ ਵਿਅਰਥ ਹੀ ਜਾਂਦਾ ਹੈ। ਜੇ ਜੀਵ ਇਸਤਰੀ ਨੂੰ ਪ੍ਰਭੂ ਪਤੀ ਨੇ ਪਿਆਰ ਨਹੀਂ ਕੀਤਾ ਤਾਂ ਉਸ ਦੀ ਜਵਾਨੀ ਵਿਅਰਥ ਹੀ ਚਲੀ ਜਾਂਦੀ ਹੈ। ਮਾਇਆ ਦੇ ਪ੍ਰਭਾਵ ਵਿੱਚ ਸੁੱਤੀ ਹੋਈ ਇਸਤਰੀ ਸਮਝ ਹੀ ਨਹੀਂ ਸਕਦੀ ਕਿ ਉਸ ਦਾ ਪ੍ਰੀਤਮ ਸੇਜ ਉੱਤੇ ਸਥਿਤ ਹੈ। ਹੇ ਪ੍ਰਭੂ ਪਤੀ, ਮੈਂ ਜੀਵ ਇਸਤਰੀ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੀ ਰਹਿੰਦੀ ਹਾਂ। ਤੂੰ ਪ੍ਰਭੂ ਰੂਪ ਪਤੀ ਸਦਾ ਜਾਗਦਾ ਰਹਿੰਦਾ ਹੈ। ਤੈਨੂੰ ਮਾਇਆ ਵਿਆਪ ਨਹੀਂ ਸਕਦੀ। ਮੈਂ ਕਿਸ ਕੋਲੋਂ ਜਾ ਕੇ ਪੁੱਛਾਂ ਕਿ ਮੈਂ ਕਿਸ ਤਰ੍ਹਾਂ ਮਾਇਆ ਦੀ ਨੀਂਦ ਵਿੱਚੋਂ ਜਾਗ ਕੇ ਤੈਨੂੰ ਮਿਲ ਸਕਦੀ ਹਾਂ। ਗੁਰੂ ਜੀ ਫਰਮਾਉਂਦੇ ਹਨ ਕਿ ਜਿਸ ਜੀਵ ਇਸਤਰੀ ਨੂੰ ਸਤਿਗੁਰੂ ਨੇ ਪ੍ਰਭੂ ਨੇ ਚਰਨਾਂ ਵਿੱਚ ਮਿਲਾ ਲਿਆ ਹੈ, ਉਹ ਪਰਮਾਤਮਾ ਦੇ ਭੈ ਵਿੱਚ ਵਸਦੀ ਹੈ ਅਤੇ ਈਸ਼ਵਰੀ ਪ੍ਰੇਮ ਵਿੱਚ ਹੀ ਈਸ਼ਵਰ ਹੀ ਉਸਦਾ ਸਾਥੀ ਅਤੇ ਪ੍ਰੇਮ ਹੈ। ਸਾਰੇ ਜੀਵਾਂ ਨੂੰ ਗੁਰਬਾਣੀ ਵਿੱਚ ਉਸ ਪਰਮੇਸ਼ਰ ਦੀਆਂ ਇਸਤਰੀਆਂ ਕਿਹਾ ਗਿਆ ਹੈ। ਭਾਵ ਕਿ ਹਰ ਇੱਕ ਜੀਵ ਦੇ ਅੰਦਰ ਆਪਣੇ ਮੂਲ ਪ੍ਰਭੂ ਨੂੰ ਮਿਲਣ ਦੀ ਤਾਂਘ ਹੈ, ਜਿਸ ਕਰਕੇ ਉਹ ਜੀਵ ਰੂਪੀ ਇਸਤਰੀ ਸਿਗਾਰ ਕਰਦੀ ਹੈ, ਭਾਵ ਮਿਲਣ ਦਾ ਯਤਨ ਕਰਦੀ ਹੈ। ਪਰ ਗੁਰੂ ਜੀ ਆਖਦੇ ਹਨ ਕਿ ਪਖੰਡ ਨਾਲ ਭਾਵ ਵਿਖਾਵੇ ਨਾਲ ਇਕਾਂਤ ਪ੍ਰਭੂ ਪਤੀ ਨਹੀਂ ਮਿਲਦਾ। ਪਖੰਡ ਪ੍ਰੇਮ ਨ ਪਾਈਏ, ਖੋਟਾ ਪਾਜ ਖੁਆਰ। ਸਾਨੂੰ ਅਰਦਾਸ ਕਰਨੀ ਸਿਖਾਉਂਦੇ ਹਨ ਕਿ ਹਰਿ ਜਿਉ ਏ ਪਿਰ ਰਾਵੇ ਨਾਰ, ਤੁਧ ਭਾਵਨ ਸੁਹਾਗਣੀ, ਆਪਣੀ ਕਿਰਪਾ ਲੈ ਸਵਾਰ ਰਹਾਓ। ਭਾਵ ਜਿਸ ਤਰ੍ਹਾਂ ਵੀ ਤੈਨੂੰ ਚੰਗੇ ਲੱਗੀਏ ਉਸ ਤਰ੍ਹਾਂ ਸਾਨੂੰ ਸਵਾਰ ਲੈ। ਫਿਰ ਗੁਰੂ ਜੀ ਦੱਸਦੇ ਹਨ ਕਿ ਕਿਹੜਾ ਰਸਤਾ ਹੈ ਜਿਸ ਨਾਲ ਪਤੀ ਅਕਾਲ ਪੁਰਖ ਖੁਸ਼ ਹੋ ਜਾਵੇ ਅਤੇ ਆਪਣੀ ਕਿਰਪਾ ਕਰ ਦੇਵੇ। ਗੁਰਸਬਦੀ ਸੀਗਾਰੀਆ, ਤਨ ਮਨ ਫਿਰ ਕੇ ਪਾਸ, ਦੋਇ ਕਰ ਜੋੜ ਖੜੀ ਤਕੇ, ਸੱਚ ਰਹੇ ਅਰਦਾਸ। ਭਾਵ ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਆਪਣੇ ਆਪ ਨੂੰ ਸ਼ਿੰਗਾਰੋ, ਯਾਨੀ ਆਤਮਿਕ ਗਿਆਨ ਨਾਲ ਆਪਣੀ ਮਨ ਬੁੱਧੀ ਨੂੰ ਸਵਾਰੋ। ਫਿਰ ਉਸ ਦੇ ਹੁਕਮ ਵਿੱਚ ਨਿਮਾਣੇ ਹੋ ਕੇ ਹੱਥ ਜੋੜ ਕੇ ਉਸ ਦੀ ਉਡੀਕ ਕਰੋ। ਇਸ ਤਰ੍ਹਾਂ ਜਦੋਂ ਗੁਰੂ ਦਾ ਸ਼ਬਦ ਜਾਂ ਉਪਦੇਸ਼ ਮਨ ਨੂੰ ਵਹਿੰਦਾ ਹੈ ਤਾਂ ਆਪਣੇ ਪਿਰ ਨਾਲ ਸੱਚਾ ਪਿਆਰ ਬਣਦਾ ਹੈ। ਐਸੀ ਇਸਤਰੀ ਤੋਂ ਯਾਨੀ ਕਿ ਐਸੇ ਜਗਿਆਸੂ ਤੋਂ ਗੁਰੂ ਜੀ ਆਖਦੇ ਹਨ ਕਿ ਮੈਂ ਕੁਰਬਾਨ ਜਾਂਦਾ ਹਾਂ। ਸ਼ਬਦ ਰਤੀ ਮਨ ਵੇਦਿਆ, ਹੋਂ ਸਦ ਬਲਿਹਾਰੇ ਜਾਓ।
ਐਸੀ ਇਸਤਰੀ ਜਗਿਆਸੂ ਹਮੇਸ਼ਾ ਸੁਹਾਗ ਵਾਲੀ ਰਹਿੰਦੀ ਹੈ, ਜਿਸ ਨੇ ਸਤਿਗੁਰ ਦੇ ਉਪਦੇਸ਼ ਨੂੰ ਅਪਣਾਇਆ ਹੈ। ਸਾਧਨ ਰੰਡ ਨਾ ਵੈਸਈ, ਜੇ ਸਤਿਗੁਰ ਮੇ ਸਮਾਏ। ਉਸ ਦੇ ਹਿਰਦੇ ਵਿੱਚ ਰਾਮ ਨਾਮ ਯਾਨੀ ਆਤਮਿਕ ਪ੍ਰਕਾਸ਼ ਦਾ ਵਾਸਾ ਹੋ ਜਾਂਦਾ ਹੈ। ਦੀਪਕ ਸ਼ਬਦ ਵਿਗਾਸਿਆ, ਰਾਮ ਨਾਮ ਉਰਹਾਰ। ਗੁਰੂ ਜੀ ਤਾਕੀਦ ਕਰਦੇ ਹਨ ਕਿ ਆਪਣੇ ਜੋਬਨ ਨੂੰ, ਉਮਰ ਨੂੰ, ਜ਼ਿੰਦਗੀ ਨੂੰ ਗਵਾਵੋ ਨਾ। ਸਤਿਗੁਰ ਦੀ ਸ਼ਰਨ ਵਿੱਚ ਆਓ, ਨਹੀਂ ਤੇ ਇਹ ਜਨਮ ਬਿਰਥਾ ਚਲਾ ਜਾਵੇਗਾ। ਜਾਂ ਤਨ ਕੰਤ ਨਾ ਰਾਵਿਆ, ਤਾਂ ਬਿਰਥਾ ਜੋਬਨ ਜਾਏ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।